ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ 3 ਮਹੀਨੇ ਹੋ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 91 ਦੇ ਉੱਪਰ ਗੁਰੂ ਉਪਦੇਸ਼ਾਂ ਦੇ ਦੀਦਾਰ ਕਰਨ ਵਾਸਤੇ ਆਪਾਂ ਪਹੁੰਚੇ ਹਾਂ। ਸ੍ਰੀ ਰਾਗ ਦੇ ਵਿੱਚ ਵਾਰ ਚੱਲ ਰਹੀ ਹੈ। ਇਸ ਵਾਰ ਦੇ ਵਿੱਚ ਕੁੱਲ 21 ਪੌੜੀਆਂ ਹਨ। ਇਹ ਵਾਰ ਚੌਥੇ ਪਾਤਸ਼ਾਹ ਦੀ ਹੈ। ਪੌੜੀਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਹਰ ਵਾਰ ਦੇ ਨਾਲ 2-2 ਸ਼ਲੋਕ ਨੇ। ਹਰ ਪੌੜੀ ਦੇ ਨਾਲ 2-2 ਸ਼ਲੋਕ ਨੇ। ਇੱਕ ਪੌੜੀ ਐਸੀ ਵੀ ਆਈ ਸੀ ਜਿਸ ਵਿੱਚ 3 ਸ਼ਲੋਕ ਸਨ। ਜ਼ਿਆਦਾ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਲੋਕ ਸਨ। ਕਿਤੇ ਕਿਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੀ ਸ਼ਲੋਕ ਆਏ ਨੇ, ਗੁਰੂ ਨਾਨਕ ਪਾਤਸ਼ਾਹ ਦੇ ਵੀ ਆਏ ਨੇ, ਤੇ 2 ਵਾਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸ਼ਲੋਕ ਵੀ ਆਏ ਸੀ। ਅੱਜ ਇਹ ਸ਼ੁਰੂ ਹੋ ਰਹੀ ਹੈ 20ਵੀਂ ਪੌੜੀ ਸ੍ਰੀ ਰਾਗ ਦੀ। ਉਹਦੇ ਨਾਲ ਪਹਿਲੇ 2 ਸ਼ਲੋਕ ਦੋਨੋਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ। ਆਓ ਸਿੱਖਣ ਦਾ ਯਤਨ ਕਰੀਏ। ਸ਼ਲੋਕ ਮਹੱਲਾ ਪਹਿਲਾ। ਧੰਨ ਧੰਨ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਲੋਕ ਹੈ। ਮਨੁੱਖ ਆਪਣੀ ਹੰਕਾਰ ਨੂੰ ਇੱਕ ਰਸ ਦੀ ਖੁਰਾਕ ਦੇਣ ਵਾਸਤੇ ਦੂਸਰਿਆਂ ਨੂੰ ਨੀਵਾਂ ਸਮਝਦਾ ਹੈ। ਨੀਵਾਂ ਸਮਝ ਕੇ ਹੰਕਾਰ ਦੇ ਵਿੱਚੋਂ ਨਫ਼ਰਤ ਨਿਕਲਦੀ ਹੈ, ਤੇ ਨਫ਼ਰਤ ਵਿੱਚ ਆ ਕੇ ਜਿਹੜੇ ਸ਼ਬਦ ਵਰਤਦਾ ਹੈ, ਉਹਨਾਂ ਨੂੰ ਨੀਵਾਂ ਦਿਖਾਉਣ ਵਾਸਤੇ ਉਹਨਾਂ ਸ਼ਬਦਾਂ ਨੂੰ ਦੂਸਰਿਆਂ ਨਾਲ ਤਰਜੀਹ ਦਿੰਦਾ ਹੈ। ਕਿਤੇ ਕੁੱਤਾ ਕਹਿ ਕੇ, ਜੋ ਵੀ ਉਸ ਨੂੰ ਨੀਵੀਂ ਕੈਟੇਗਰੀ ਜਿਹਨੂੰ ਮੰਨਦਾ ਹੈ, ਉਹਨੂੰ ਕੰਪੇਅਰ ਕਰਕੇ ਉਹ ਸ਼ਬਦ ਵਰਤ ਦਿੰਦਾ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਜਾਤ ਪਾਤ ਦਾ ਬੜਾ ਵੱਡਾ ਰੋਗ ਲੱਗਿਆ ਹੋਇਆ ਸੀ। ਜਿਹੜੇ ਵਿਚਾਰੇ ਗਰੀਬ ਸਨ, ਉਹ ਕੰਮ ਕਰਦੇ ਸੀ ਜਿਹੜੇ ਦੂਸਰਾ ਕੋਈ ਵੀ ਹਿੰਮਤ ਨਹੀਂ ਸੀ ਕਰਦਾ। ਚਾਹੀਦਾ ਸੀ ਉਹਨਾਂ ਨੂੰ ਸਤਿਕਾਰ ਦੇਣਾ। ਟਾਇਲਟ ਸਿਸਟਮ ਵਗੈਰਾ ਨਹੀਂ ਸੀ ਉਸ ਵੇਲੇ, ਵਾਟਰ ਸਿਸਟਮ ਨਹੀਂ ਸੀ, ਡਰੇਨਿੰਗ ਸਿਸਟਮ ਨਹੀਂ ਸੀ, ਪਾਣੀ ਦੀ ਨਿਕਾਸੀ ਦਾ ਸਿਸਟਮ ਨਹੀਂ ਸੀ। ਘਰਾਂ ਦੇ ਵਿੱਚ ਬਜ਼ੁਰਗ, ਬੱਚੇ, ਬੀਬੀਆਂ ਘਰ ਦੇ ਕਿਸੇ ਕਿਨਾਰੇ 'ਚ ਹੀ ਟਾਇਲਟ ਸਿਸਟਮ ਨਾ ਹੋਣ ਕਰਕੇ ਉਹ ਕਿਰਿਆ ਕਰਦੇ, ਤੇ ਉਹ ਗੰਦਗੀ ਜਿਹੜੇ ਚੁੱਕਦੇ ਸਨ, ਉਹਨਾਂ ਨੂੰ ਚੂੜੇ ਚੂੜੇ ਕਹਿ ਕੇ ਨੀਵਾਂ ਮੰਨਦੇ ਸਨ ਲੋਕ। ਗੁਰੂ ਪਾਤਸ਼ਾਹ ਨੂੰ ਇਹ ਚੰਗਾ ਨਹੀਂ ਲੱਗਿਆ, ਕਿਉਂਕਿ ਗੁਰਮਤ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦੀ। ਗੁਰਮਤ ਕਿਸੇ ਨੂੰ ਨੀਵਾਂ ਨਹੀਂ ਮੰਨਦੀ। ਸਤਿਗੁਰੂ ਸੱਚੇ ਪਾਤਸ਼ਾਹ ਉਸ ਵਰਤਾਰੇ ਨੂੰ ਕਹਿੰਦੇ ਨੇ, ਉਹ ਲੋਕ ਕਹਿੰਦੇ ਸੀ ਇੱਥੇ ਇਹ ਨੀਵੀਂ ਜਾਤ ਦਾ ਨਾ ਆ ਜਾਵੇ, ਇਹ ਚੰਡਾਲ ਹੈ, ਇਹ ਨਾ ਆਵੇ, ਇਹ ਡੂਮਣੀ ਹੈ,
ਇਹ ਨਾ ਆਵੇ। ਕਹਿੰਦੇ ਸੀ ਇਹ ਸਾਡੇ ਰਸੋਈ ਦੇ ਚੌਂਕੇ ਦੇ ਨੇੜੇ ਨਾ ਆਵੇ, ਅਸੀਂ ਪਿੱਟੇ ਜਾਵਾਂਗੇ, ਇਹ ਸਾਡੇ ਤੋਂ ਦੂਰ ਰਹਿਣ। ਸਤਿਗੁਰੂ ਉਸ ਵਿਅਕਤੀ ਨੂੰ ਕਹਿੰਦੇ ਨੇ, ਤੂੰ ਇਹਨਾਂ ਨੂੰ ਨੀਵੇਂ ਸਮਝ ਕੇ ਕਹਿੰਦਾ ਇਹ ਪਿੱਟ ਦੇਣਗੇ, ਤੂੰ ਆਲਰੇਡੀ ਅੰਦਰੋਂ ਪਿੱਟਿਆ ਹੋਇਆ। ਤੂੰ ਦੇਖ ਆਪਣੇ ਸੁਭਾਅ ਨੂੰ, ਦੇਖ ਆਪਣੀ ਸੋਚ ਨੂੰ। ਸਤਿਗੁਰੂ ਉਹਦੀ ਅੰਦਰਲੀ ਸੋਚ ਦਿਖਾ ਰਹੇ ਨੇ। ਉਹ ਜਿਹੜੀ ਅੰਦਰਲੀ ਸੋਚ ਤੇ ਸੁਭਾਅ ਵਿੱਚ ਕਮਜ਼ੋਰੀਆਂ ਨੇ, ਜੇ ਸਾਡੇ ਅੰਦਰ ਵੀ ਕਮਜ਼ੋਰੀਆਂ ਨੇ ਤੇ ਅਸੀਂ ਵੀ ਗੁਰੂ ਦੀਆਂ ਨਜ਼ਰਾਂ 'ਚ ਉਹੀ ਹਾਂ। ਆਓ ਸਿੱਖੀਏ। ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਹੈ। ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਜੇ ਤੇਰੀ ਮੱਤ ਦੁਬਿਧਾ ਵਿੱਚ ਜਿਉ ਰਹੀ ਹੈ, ਵਿਕਾਰਾਂ ਦਾ ਰਸ ਵੀ ਮੰਨਣਾ ਚਾਹੁੰਦੀ ਹੈ, ਰੱਬੀ ਰਸ ਵੀ ਮੰਨਣਾ ਚਾਹੁੰਦੀ ਹੈ, ਦੁਬਿਧਾ ਵਿੱਚ ਹੈ, ਇਹ ਦੁਬਿਧਾ ਵਿੱਚ ਹੈ, ਤਾਂ ਇਹ ਖੋਟੀ ਮੱਤ ਹੈ। ਇਹ ਖੋਟੀ ਮੱਤ ਹੀ ਡੂਮਣੀ ਆ। ਆਖੋ ਵਾਹਿਗੁਰੂ। ਤੂੰ ਕਿਹਨੂੰ ਡੂਮਣੀ ਕਹਿ ਰਿਹਾ, ਕਿਹਨੂੰ ਡੂਮ ਕਹਿੰਦਾ ਪਿਆ? ਗੁਰੂ ਨਾਨਕ ਪਾਤਸ਼ਾਹ ਜੀ ਦੇ ਸੱਚੇ ਸਾਥੀ ਭਾਈ ਮਰਦਾਨਾ ਜੀ ਨੂੰ ਲੋਕ ਡੂਮ ਡੂਮ ਕਹਿ ਕੇ ਯਾਨੀ ਡਿਮੋਰਲਾਈਜ਼ ਕਰਦੇ ਸੀ। ਜਿਹਨੂੰ ਹਰ ਵੇਲੇ ਡੂਮ ਕਹੀ ਜਾਣਾ, ਨੀਵੀਂ ਜਾਤ ਵਾਲਾ ਕਹੀ ਜਾਣਾ, ਉਹਨਾਂ ਅੰਦਰ ਵਿਚਾਰਿਆਂ ਅੰਦਰ ਇੰਫੀਰੀਟੀ ਕੰਪਲੈਕਸ ਆ ਜਾਂਦਾ ਹੈ ਤੇ ਕਹਿਣ ਵਾਲਿਆਂ ਅੰਦਰ ਸੁਪੀਰੀਟੀ ਕੰਪਲੈਕਸ ਆ ਜਾਂਦਾ ਹੈ। ਇਸ ਕਰਕੇ ਸਮਾਜ ਵਿੱਚ ਗੰਦਲਾਪਨ ਪੈਦਾ ਹੁੰਦਾ ਹੈ। ਸਤਿਗੁਰੂ ਕਹਿੰਦੇ, ਮੱਤ ਦੇਖ ਪਿਆਰਿਆ, ਤੇਰੀ ਖੋਟੀ ਮੱਤ ਖੁਦ ਦੁਬਿਧਾ ਵਿੱਚ ਪੈ ਕੇ ਡੂਮਣੀ ਬਣੀ ਹੋਈ ਹੈ। ਜੇ ਅਸੀਂ ਵੀ ਦੁਬਿਧਾ ਵਿੱਚ ਹੈ, ਸਾਡੀ ਮੱਤ ਵੀ ਡੂਮਣੀ ਹੈ। ਖੁਦਾਇਆ ਕਸਾਇਣ, ਕਿਸੇ ਤੇ ਤਰਸ ਨਾ ਕਰਨਾ। ਗਲਤ ਤਰੀਕੇ ਨਾਲ ਪੈਸੇ ਕਮਾਉਣ ਦੀ ਭਾਵਨਾ ਨਾਲ ਉਹਦਾ ਖੂਨ ਵੀ ਚੂਸ ਲੈਣਾ ਤੇ ਉਹਦੇ ਤੇ ਤਰਸ ਵੀ ਨਾ ਆਉਣਾ। ਗਲਤ ਫੈਸਲੇ ਲੈ ਕੇ ਕਿਸੇ ਦਾ ਨੁਕਸਾਨ ਕਰ ਦੇਣਾ ਤੇ ਉਹਦੇ ਤੇ ਤਰਸ ਵੀ ਨਾ ਆਉਣਾ। ਇਹ ਮੱਤ ਜਿਹੜੀ ਹੈ, ਸਤਿਗੁਰੂ ਕਹਿੰਦੇ ਕਸਾਇਣ ਹੈ। ਕਸਾਈ ਦੇ ਘਰ ਵਾਲੀ ਕਸਾਇਣ ਕਹਿ ਦਿੰਦੇ ਸੀ। ਪਰ ਨਿੰਦਾ ਘਟ ਚੂਹੜੀ, ਉਹ ਜਿਹੜਾ ਵਿਚਾਰਾ ਗੰਦਗੀ ਚੁੱਕਦਾ ਸੀ ਲੋਕਾਂ ਦੀ, ਉਹਨੂੰ ਲੋਕ ਚੂੜਾ ਚੂੜਾ ਕਹਿ ਕੇ ਨੀਵਾਂ ਦਿਖਾਉਂਦੇ ਸਨ। ਗੁਰਮਤਿ ਨਹੀਂ ਇਸ ਨੂੰ ਮੰਨਦੀ। ਅਸੀਂ ਨਹੀਂ ਕਹਿਣਾ ਕਿਸੇ ਨੂੰ, ਸਾਰੇ ਰੱਬ ਦੇ ਬੰਦੇ ਨੇ, ਸਗੋਂ ਉਹ ਤਾਂ ਸਤਿਕਾਰ ਪਾਤਰ ਨੇ, ਕਿਉਂਕਿ ਉਹ ਕੰਮ ਕਰਦੇ ਜਿਹੜਾ ਗੰਦਗੀ 'ਚ ਕਿਸੇ ਤੋਂ ਨਹੀਂ ਹੋ ਰਿਹਾ। ਇੰਡੀਆ ਵਰਗੇ ਦੇਸ਼ਾਂ ਵਿੱਚ ਕੁਝ ਲੋਕ ਵਿਚਾਰੇ ਗਟਰ 'ਚ ਦੇ ਵਿੱਚ ਟੁੱਬੀ ਮਾਰ ਕੇ ਗਟਰ 'ਚੋਂ ਗੰਦਗੀ, ਉਹ ਜਿਹੜਾ ਹੈ ਗਟਰ ਚਾਲੂ ਕਰਦੇ ਨੇ ਸੀਵਰੇਜ। ਸਾਨੂੰ ਸਤਿਕਾਰ ਦੇਣਾ ਚਾਹੀਦਾ ਹੈ, ਕਿਉਂਕਿ ਗੰਦਗੀ ਜਾਣਾ ਕੋਈ ਸੌਖੀ ਖੇਡ ਹੈ, ਗੰਦਗੀ ਦੇ ਕੰਮ ਕਰਨੇ ਕੋਈ ਸੌਖੀ ਖੇਡ ਹੈ। ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਕੂੜਾ ਲਿਜਾਂਦੇ ਨੇ, ਉਹਨਾਂ ਦੀ ਪੇ ਜ਼ਿਆਦਾ ਹੈ। ਗੋਰੇ ਰਿਸਪੈਕਟ ਕਰਦੇ ਨੇ ਕਰਮ ਦੀ, ਕੰਮ ਦੀ ਕਦਰ ਕਰਦੇ ਨੇ। ਸਤਿਗੁਰੂ ਕਹਿਣ ਲੱਗੇ, ਤੂੰ ਇੱਕ ਉਹ ਗੰਦਗੀ ਦੇ ਕੰਮ ਕਰਨ ਵਾਲੇ ਦੀ ਘਰਵਾਲੀ ਨੂੰ ਤੂੰ ਚੂੜੀ ਚੂੜੀ ਕਹਿ ਕੇ ਨੀਵਾਂ ਦਿਖਾ ਰਿਹਾ। ਪਿਆਰਿਆ, ਤੇਰੇ ਅੰਦਰ ਜਿਹੜੀ ਨਿੰਦਾ ਕਰਨੀ, ਪਰਾਈ ਨਿੰਦਾ ਕਰਨੀ, ਔਗਣ ਕਿਸੇ ਨੇ ਕੀਤਾ, ਗਲਤ ਕਰਮ ਕਿਸੇ ਨੇ ਕੀਤਾ, ਤੂੰ ਸਵਾਦ ਮਾਣ ਕੇ, ਜੀਭ ਨਾਲ ਸਵਾਦ ਮਾਣ ਕੇ ਉਹ ਰਸ ਦੀ ਗੰਦਗੀ ਆਪਣੇ ਅੰਦਰ ਰੱਖ ਰਿਹਾ। ਤੇਰੀ ਮੱਤ ਚੂੜੀ ਹੈ। ਆਖੋ ਵਾਹਿਗੁਰੂ। ਫਿਰ ਤੂੰ ਕ੍ਰੋਧੀ ਹੋ ਕੇ ਆਪਣੇ ਘਰ ਵਿੱਚ ਖਿਲਾਰੇ ਪਾਉਣਾ ਹੈ, ਪਤਨੀ ਤੇ ਕ੍ਰੋਧ ਝਾੜਦਾ ਹੈ, ਬੱਚਿਆਂ ਤੇ ਕ੍ਰੋਧ ਝਾੜਦਾ ਹੈ, ਤੇ ਤੂੰ ਕ੍ਰੋਧ ਵਿੱਚ ਕਹਿਣਾ ਹੈ ਕਿ ਮੇਰੀ ਗੱਲ ਮੰਨਣ, ਫਿਜ਼ੀਕਲੀ ਅਬਿਊਜ਼ਡ ਵੀ ਕਰ ਦੇਣਾ। ਇਹ ਤੇਰੀ ਮੱਤ ਇਸ ਆਦਤ ਵਿੱਚ ਮੁੱਠੀ ਗਈ, ਠੱਗੀ ਗਈ, ਤੇਰਾ ਸੁਭਾਅ ਚੰਡਾਲ ਹੈ। ਆਖੋ ਵਾਹਿਗੁਰੂ। ਹੁਣ ਗੁਰੂ ਪਾਤਸ਼ਾਹ ਦੇ ਐਸੇ ਵਚਨ ਬੜੇ ਤਿੱਖੇ ਤਿੱਖੇ ਹਲੂਣੇ ਦਿੰਦੇ ਨੇ, ਝੰਜੋੜੇ ਦਿੰਦੇ ਨੇ। ਸਾਨੂੰ ਕੌੜੇ ਨਹੀਂ ਲੱਗਣੇ ਚਾਹੀਦੇ। ਅਸੀਂ ਇਸ ਤਰ੍ਹਾਂ ਦੇ ਉਪਦੇਸ਼ ਸੁਣ ਕੇ ਜੇ ਸਾਨੂੰ ਕੋਈ ਕਹਿ ਦੇਵੇ ਤੂੰ ਕ੍ਰੋਧ ਵਿੱਚ ਆ ਕੇ ਆਪਣੀ ਪਤਨੀ ਦੇ ਨਾਲ ਪਿਆਰਿਆ ਧੱਕਾ ਕਰ ਰਿਹਾ, ਤਾਂ ਸਾਨੂੰ ਕੌੜਾ ਲੱਗਦਾ ਹੈ, ਅਸੀਂ ਰੁੱਸਦੇ ਹਾਂ, ਸਾਡੀ ਬੇਇੱਜ਼ਤੀ ਹੋ ਗਈ। ਕਿਉਂ ਰੁੱਸਦੇ ਹਾਂ? ਕਿਉਂਕਿ ਮੱਤ ਚੰਡਾਲ ਬਣ ਗਈ। ਆਖੋ ਵਾਹਿਗੁਰੂ। ਕਾਰੀ ਕੱਢੀ ਕਿਆ ਥੀ ਹੈ, ਜਾਂ ਚਾਰੇ ਬੈਠੀਆਂ ਨਾਲ। ਤੂੰ ਕਿਹੜੀ ਸੁਚਮਤਾ ਦੀ ਕਾਰ ਕੱਢਦਾ ਹੈ ਕਿ ਮੇਰੇ ਨੇੜੇ ਨਾ ਹੋਵੇ, ਮੈਂ ਸੁਚਮਤਾ ਵਿੱਚ ਖਾਣਾ ਹੈ, ਸੁਚਮਤਾ ਵਿੱਚ ਰਹਿਣਾ ਹੈ। ਆਹ ਤਾਂ ਸਾਰੀਆਂ ਆਦਤਾਂ ਅੰਦਰ ਬੈਠੀਆਂ ਨੇ। ਆਖੋ ਵਾਹਿਗੁਰੂ। ਕਿਹੜੀ ਕਾਰ ਕੱਢ ਰਹੇ ਆ? ਇਹ ਤਾਂ ਅੰਦਰ ਬੈਠੀਆਂ ਨੇ। ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪਈ। ਸੱਚ ਦੇ ਮਾਰਗ ਤੇ ਤੁਰਨਾ ਹੀ ਅਸਲੀ ਕਾਰ ਸੀ, ਅਸਲੀ ਸੰਜਮ ਸੀ। ਸੰਜਮ ਵਿੱਚ ਜਿਉਣਾ।
ਤੇ ਸੱਚ ਤੇ ਸੰਜਮ ਵਿੱਚ ਪ੍ਰੈਕਟੀਕਲ ਕਰਮ ਕਰਨੇ, ਗੁਣਾਂ ਵਾਲੇ ਕਰਮ, ਸ਼ੁਭ ਅਮਲ, ਪਰਉਪਕਾਰ ਦੇ ਕਰਮ ਕਰਨੇ, ਇਹੀ ਕਾਰ ਸੀ ਜ਼ਿੰਦਗੀ ਦੀ। ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਨੂੰ ਉਪਦੇਸ਼ ਸਮਝ ਕੇ, ਰੱਬੀ ਉਪਦੇਸ਼ ਸਮਝ ਕੇ ਮੰਨਣਾ ਜ਼ਿੰਦਗੀ 'ਚ। ਧਿਆਨ ਰੂਪੀ ਨਾਮ ਨੂੰ ਮਨ ਤੇ ਸੁਭਾਅ ਦਾ ਓਟ ਆਸਰਾ ਸਮਝ ਕੇ ਰੱਬੀ ਭੈ ਵਿੱਚ ਫੈਸਲੇ ਲੈਣੇ, ਰੱਬ ਦੀ ਮਿੱਠੀ ਮਿੱਠੀ ਯਾਦ ਤੇ ਸ਼ੁਕਰਾਨੇ ਰਸ ਵਿੱਚ ਜਿਉਣਾ, ਆਹੀ ਤੇ ਤੇਰੀ ਅਸਲੀ ਜ਼ਿੰਦਗੀ ਦੀ ਕਾਰ ਸੀ। ਆਖੋ ਵਾਹਿਗੁਰੂ। ਮਨੁੱਖ ਉਲਝ ਗਿਆ ਆਪਣੇ ਸੁਭਾਅ ਦੇ ਪਿੱਛੇ ਲੱਗ ਕੇ। ਗੁਰੂ ਪਾਤਸ਼ਾਹ ਹਲੂਣੇ ਦਿੰਦੇ, ਅਗਰ ਕਿਸੇ ਦੇ ਮਨ ਨੂੰ ਹਲੂਣਾ ਆ ਗਿਆ, ਉਹ ਠੱਗ ਸੱਜਣ ਬਣ ਜਾਂਦਾ ਸੀ। ਉਹ ਕੌਡੇ ਰਾਖਸ਼ ਵਰਗਾ ਪ੍ਰਚਾਰਕ ਬਣ ਜਾਂਦਾ ਸੀ, ਮਲਕ ਭਾਗੋ ਵਰਗਾ ਪਰਉਪਕਾਰੀ ਬਣ ਜਾਂਦਾ ਸੀ। ਅੱਜ ਵੀ ਜੇ ਗੁਰੂ ਦੇ ਉਪਦੇਸ਼ ਸਾਡੀ ਮੱਤ ਨੂੰ ਹਲੂਣ ਦੇਣ, ਅਸੀਂ ਬਦਲ ਸਕਾਂਗੇ। ਪਰ ਅਸੀਂ ਸੁਭਾਅ ਦੇ ਝਰੋਖੇ ਵਿੱਚੋਂ ਆਦਤ ਪੱਕ ਗਈ ਹੈ, ਸਾਨੂੰ ਕੋਈ ਗੁਰੂ ਦੀ ਉਹ ਗੱਲ ਨਾ ਕਵੇ ਜਿਹੜੀ ਸਾਡੇ ਸੁਭਾਅ ਨੂੰ ਚੰਗੀ ਨਹੀਂ ਲੱਗਦੀ। ਨਾਨਕ ਅੱਗੇ ਉਤਮ ਸਈ, ਜੇ ਪਾਪਾਂ ਪੰਧ ਨਾ ਦੇਹੀ। ਉਹ ਉੱਤਮ ਹੁੰਦੇ ਨੇ ਰੱਬ ਦੀਆਂ ਨਜ਼ਰਾਂ ਵਿੱਚ। ਉਹ ਕਿਸੇ ਨੂੰ ਪਾਪ ਪ੍ਰਵਿਰਤੀ ਦੀ ਨਸੀਹਤ, ਪਾਪ ਪ੍ਰਵਿਰਤੀ ਵੱਲ ਪ੍ਰੇਰਿਤ ਨਹੀਂ ਕਰਦੇ। ਉਹ ਸੱਚ ਤੇ ਸੰਜਮ ਵਾਲਾ ਜੀਵਨ ਜਿਉਂਦੇ ਨੇ। ਗੁਰੂ ਦੇ ਉਪਦੇਸ਼ਾਂ ਨੇ ਐਸੀ ਬਖਸ਼ਿਸ਼ ਕਰਨੀ ਹੈ ਸੋਚ ਤੇ ਸੁਭਾਅ ਤੇ। ਮਹੱਲਾ ਪਹਿਲਾ 20ਵੀਂ ਪੌੜੀ ਦੇ ਨਾਲ 2 ਸ਼ਲੋਕਾਂ ਵਿੱਚੋਂ ਇਹ ਦੂਸਰਾ ਸ਼ਲੋਕ, ਇਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਕਿਆ ਹੰਸ ਕਿਆ ਬਾਗਲਾ, ਜਾ ਕੋ ਨਦਰ ਕਰੇ। ਸੁਭਾਅ ਵਿੱਚ ਤੇ ਸੋਚ ਵਿੱਚ ਹੰਸ ਪ੍ਰਵਿਰਤੀ ਵੀ ਆ ਸਕਦੀ ਹੈ, ਬਗਲਾ ਪ੍ਰਵਿਰਤੀ ਵੀ ਆ ਸਕਦੀ ਹੈ। ਬਗਲਾ ਡੱਡਾਂ ਖਾਂਦਾ ਹੈ, ਹੰਸ ਮੋਤੀਆਂ ਨੂੰ ਇਗਨੋਰ ਕਰਦਾ ਹੈ। ਹੰਸ ਮੋਤੀ ਚੁਗਦਾ ਹੈ, ਡੱਡਾਂ ਵਾਲੇ ਪਾਸੇ ਉਹਦਾ ਕੋਈ ਧਿਆਨ ਨਹੀਂ। ਜਿਹੜਾ ਹੰਸ ਬਿਰਤੀ ਵਾਲਾ ਸੁਭਾਅ ਹੈ, ਉਹਨੂੰ ਚੰਗਾ ਮਾਰਗ, ਚੰਗੇ ਗੁਣ, ਚੰਗੇ ਰਸ ਚੰਗੇ ਲੱਗਦੇ, ਦੂਸਰੇ ਪਾਸੇ ਨੂੰ ਇਗਨੋਰ ਕਰਦਾ ਹੈ। ਬਗਲਾ ਮਨ ਸੁਭਾਅ ਦੇ ਪਿੱਛੇ ਮਨਮੁਖ ਬਿਰਤੀ, ਕੁਸੰਗੀ ਬਿਰਤੀ ਵਿੱਚ ਜਿਉਂਦਾ ਹੈ। ਜੇ ਵਾਹਿਗੁਰੂ ਜੀ ਦੀ ਨਜ਼ਰ ਹੋਵੇ, ਨਜ਼ਰ ਤਦ ਹੋਏਗੀ ਜੇ ਗੁਰੂ ਦੇ ਹੁਕਮ ਨੂੰ ਮੰਨਣ ਤੁਰੇਗਾ। ਪਹਿਲਾ ਸਟੈਪ ਤੈਨੂੰ ਲੈਣਾ ਪੈਣਾ ਗੁਰੂ ਦੇ ਹੁਕਮ ਮੰਨਣ ਦਾ, ਗੁਰੂ ਦੇ ਉਪਦੇਸ਼ਾਂ ਨੂੰ ਸਮਝਣ ਦਾ। ਫਿਰ ਵਾਹਿਗੁਰੂ ਜੀ ਦੀ ਜੇ ਨਜ਼ਰ ਹੋ ਜਾਵੇ, ਫਿਰ ਚਾਹੇ ਹੰਸ ਬਿਰਤੀ ਤੇ ਬਗਲਾ ਬਿਰਤੀ ਕੀ, ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਅੰਦਰੋਂ ਜੀਵਨ ਹੀ ਬਦਲ ਦੇਣਾ ਹੁੰਦਾ ਹੈ। ਜੇ ਤਿਸ ਜੋ ਤਿਸ ਭਾਵੈ ਨਾਨਕਾ, ਕਾਗਉ ਹੰਸ ਕਰੇ। ਇੱਕ ਕਾਂ ਦੀ ਬਿਰਤੀ ਹੈ। ਕਾਂ ਦੀ ਬਿਰਤੀ ਗੰਦਗੀ ਖਾਣ ਦੀ ਹੈ। ਕਾਂ ਦੀ ਬਿਰਤੀ ਔਗਣ ਵਾਲੀ ਬਿਰਤੀ ਮੰਨੀ ਗਈ ਹੈ। ਹੰਸ ਦੀ ਬਿਰਤੀ ਗੁਣਾਂ ਵਾਲੀ ਹੈ। ਕਾਂ ਵਾਲੀ ਬਿਰਤੀ ਵਾਲੇ ਨੂੰ ਸੁਭਾਅ ਨੇ ਹੰਸ ਬਣਾ ਦੇਣਾ। ਕਦੋਂ? ਜਦੋਂ ਉਸ ਨੂੰ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਨ ਲਾਓ। ਗੁਰੂ ਦੇ ਉਪਦੇਸ਼ ਸੁਣਨੇ ਤੇ ਮੰਨਣੇ, ਇਹ ਗੁਰੂ ਪਾਤਸ਼ਾਹ ਦਾ ਅੰਦਰਲਾ ਸਰੋਵਰ ਹੈ। ਅੰਦਰਲੇ ਗੁਰੂ ਦੇ ਸਰੋਵਰ ਵਿੱਚ, ਗਿਆਨ ਦੇ ਤੀਰਥ ਵਿੱਚ, ਗਿਆਨ ਦੇ ਸਰੋਵਰ ਵਿੱਚ ਮਨ ਨੇ ਟੁੱਬੀਆਂ ਮਾਰਨੀਆਂ ਨੇ, ਤੇ ਇਹ ਕਾਂ ਪ੍ਰਵਿਰਤੀ ਵਾਲੇ ਮਨ ਨੇ ਹੰਸ ਬਣ ਕੇ ਨਿਕਲਣਾ ਹੈ। ਆਖੋ ਵਾਹਿਗੁਰੂ। ਆਹ ਕਨਸੈਪਟ ਹੈ ਗੁਰਮਤ ਦਾ, ਜਿਹੜਾ ਪ੍ਰੂਵੇਬਲ ਹੈ, ਸਿੱਧ ਕੀਤਾ ਜਾਂਦਾ ਹੈ, ਸਮਝ ਆਉਣ ਵਾਲਾ ਹੈ। ਐਵੇਂ ਇਮੈਜੀਨੇਸ਼ਨ ਸੀਨ ਨਹੀਂ। ਕੋਈ ਕਵੇ ਜੇ ਉਦੋਂ ਹੁੰਦਾ ਸੀ, ਅੱਜ ਕਰਕੇ ਦਿਖਾਓ। ਅੱਜ ਕਿਉਂ ਨਹੀਂ ਹੁੰਦਾ? ਅੱਜ ਵੀ ਹੁੰਦਾ ਹੈ। ਗੁਰੂ ਦੇ ਉਪਦੇਸ਼ ਜਦੋਂ ਮੰਨਦਾ ਨਾ ਮਨ, ਇਹ ਕਾਂ ਪ੍ਰਵਿਰਤੀ ਵਾਲਾ ਅੱਜ ਵੀ ਹੰਸ ਬਣਦਾ ਹੈ। ਪੌੜੀ 20ਵੀਂ ਪੌੜੀ ਹੈ। ਕੀਤਾ ਲੋੜੀ ਹੈ ਕੰਮ, ਸੋ ਹਰ ਪਹਿ ਆਖੀ ਹੈ। ਕੋਈ ਵੀ ਕੰਮ ਕਰਨਾ ਹੋਵੇ ਨਾ, ਰੱਬ ਨੂੰ ਦੱਸਣਾ ਸਿੱਖ। ਰੱਬ ਦੇ ਨਾਲ ਗੱਲਾਂ ਕਰਿਆ ਕਰ, ਰੱਬ ਦੇ ਭੈ ਵਿੱਚ ਕਰਮ ਕਰਨਾ। ਜਿਹੜੀ ਕੰਮ ਕਰਨ ਦੀ ਇੱਛਾ ਹੈ ਨਾ ਤੇਰੀ, ਕੀ ਲੋਚਦਾ ਤੂੰ ਕਰਨਾ, ਉਹਨੂੰ ਰੱਬ ਤੋਂ ਪੁੱਛ, ਰੱਬ ਨੂੰ ਆਖ। ਰੱਬੀ ਉਪਦੇਸ਼ ਤੋਂ ਸਮਝ, ਗੁਰੂ ਦੇ ਉਪਦੇਸ਼ ਤੋਂ ਸਮਝ। ਰੱਬ ਨੂੰ ਸਮਰਪਿਤ ਹੋ ਕੇ ਕਾਰਜ ਕਰ। ਜਿਹੜਾ ਰੱਬ ਨੂੰ ਸਮਰਪਿਤ ਹੋ ਕੇ ਕਰਦਾ ਨਾ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਫਿਰ ਸਤਿਗੁਰੂ ਜੀ ਦੀ ਸਿੱਖਿਆ ਦੇ ਨਾਲ ਉਹ ਕਾਰਜ ਰਾਸ ਹੁੰਦੇ। ਤੇ ਦੁਨਿਆਵੀ ਕਾਰਜ ਦੀ ਨਹੀਂ ਗੱਲ ਕੀਤੀ, ਅਧਿਆਤਮਿਕ ਕਾਰਜਾਂ ਦੀ ਗੱਲ ਕੀਤੀ।
ਇੱਥੇ ਗੁਰੂ ਦੇ ਮਾਰਗ 'ਤੇ ਤੁਰਨ ਦੇ ਜਿਹੜੇ ਮਨ ਤੇ ਮਤ ਦੇ ਕਾਰਜ ਨੇ ਨਾ, ਉਹਦੀ ਗੱਲ ਕੀਤੀ ਹੈ। ਮਨ ਪਿਆਰ ਵਿੱਚ ਭਿੱਜ ਕੇ ਕਿਵੇਂ ਜਿਉਵੇਂ, ਸੁਭਾਉ ਗੁਰੂ ਦੇ ਪਿਆਰ ਵਿੱਚ, ਰੱਬੀ ਪਿਆਰ ਵਿੱਚ ਹੋਵੇ ਤੇ ਕਿਵੇਂ ਮਤ ਫੈਸਲੇ ਲਵੇ। ਉਹ ਜਿਹੜੇ ਕਰਮ ਨੇ ਨਾ, ਰੱਬੀ ਪਿਆਰ ਵਿੱਚ, ਗੁਰੂ ਦੇ ਪਿਆਰ ਵਿੱਚ ਬੋਲ ਕੈਸੇ ਹੋਣ, ਮਨ ਕਿਸ ਤਰ੍ਹਾਂ ਦੇ ਬੋਲ ਬੋਲੇ, ਕਿਸ ਤਰ੍ਹਾਂ ਦਾ ਸੁਣੇ, ਕਿਸ ਤਰ੍ਹਾਂ ਦੇਖੇ, ਉਹ ਜਿਹੜੇ ਕਰਮ ਨੇ ਨਾ, ਇਹ ਰੱਬ ਨੂੰ ਸਮਰਪਿਤ ਹੋ ਕੇ ਕਰ। ਗੁਰੂ ਦੀ ਸਿੱਖਿਆ, ਸਤਿਗੁਰ ਸਰੂਪ ਦੀ ਸਿੱਖਿਆ ਨਾਲ ਉਹ ਸੱਚੀ ਸਾਖੀ ਹੈ, ਸੱਚੀ ਸਿੱਖਿਆ, ਸੱਚਾ ਗਿਆਨ ਹੈ, ਉਹਦੇ ਨਾਲ ਇਹ ਰਾਸ ਆਉਂਦੇ ਨੇ, ਕਾਰਜ ਸੰਪੂਰਨ ਹੁੰਦੇ ਨੇ, ਸਫਲਤਾ ਮਿਲਦੀ ਹੈ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਗੁਰੂ ਦੀ ਸੰਗਤ, ਗੁਰੂ ਕੇ ਪਿਆਰਿਆਂ ਦੀ ਸੰਗਤ। ਸੰਗਤ ਦੇ ਅਰਥ ਹੈ ਸਿੱਖਣਾ, ਪ੍ਰਭਾਵ ਕਬੂਲਣਾ, ਚੰਗਾ ਪ੍ਰਭਾਵ ਕਬੂਲ ਕੇ ਉਹਦੇ ਵਰਗਾ ਬਣਨਾ। ਇਹਦੇ ਵਿੱਚੋਂ ਜਿਹੜਾ ਰਸ ਹੈ, ਉਹ ਨਾ ਮਰਨ ਵਾਲਾ ਰਸ ਹੈ, ਅੰਮ੍ਰਿਤ ਰਸ ਹੈ। ਉਹਦਾ ਖਜ਼ਾਨਾ ਹੈ ਗੁਰੂ ਦੀ ਸੰਗਤ, ਗੁਰਸਿੱਖਾਂ ਦੀ ਸੰਗਤ। ਇਹ ਰਸ ਪ੍ਰਾਪਤ ਹੁੰਦਾ ਹੈ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ। ਭੈ ਦਾ ਨਾਸ਼ ਕਰਨ ਵਾਲੇ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੀ ਲਾਜ ਰੱਖਦੇ ਨੇ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ। ਨਾ ਲਖੇ ਜਾਣ ਵਾਲੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ, ਉਹਦੀ ਸਿਫਤ ਸਲਾਘਾ ਕਰਦੇ ਆ, ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਉਂਦੇ ਆ। ਉਹਦੀ ਸਮਝ ਆ ਜਾਂਦੀ ਹੈ, ਵਿਸ਼ਵਾਸ ਬਣ ਜਾਂਦਾ, ਹਾਜ਼ਰ ਨਾਜ਼ਰ ਮਹਿਸੂਸ ਹੁੰਦਾ। ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਇਹ ਵਾਰ ਹੈ। ਟੋਟਲ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, 22। ਇਹ ਪਹਿਲੀ ਵਾਰ ਹੈ ਔਰ 22 ਵਾਰਾਂ ਵਿੱਚੋਂ ਸਭ ਤੋਂ ਵੱਧ ਵਾਰਾਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਨੇ। ਸ਼ਾਇਦ 8 ਵਾਰਾਂ ਨੇ ਉਹਨਾਂ ਦੀਆਂ। ਸ੍ਰੀ ਰਾਗ ਦੀ ਇਹ ਪਹਿਲੀ ਵਾਰ ਹੈ ਤੇ ਇਸ ਵਾਰ ਦੀ ਆਖਰੀ ਪੌੜੀ, 21 ਪੌੜੀਆਂ ਦੀ ਇਹ ਵਾਰ ਹੈ। ਆਖਰੀ ਪੌੜੀ 21ਵੀਂ ਤੇ 21ਵੀਂ ਪੌੜੀ ਦੇ ਨਾਲ 2 ਸ਼ਲੋਕ ਗੁਰੂ ਅਮਰਦਾਸ ਸਾਹਿਬ ਜੀ ਦੇ। ਪਹਿਲਾ ਸ਼ਲੋਕ ਵਿਚਾਰ ਰਹੇ ਹਾਂ, ਸ਼ਲੋਕ ਮਹੱਲਾ ਤੀਜਾ। ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ। ਤੀਸਰੇ ਪਾਤਸ਼ਾਹ ਦੇ 2 ਸ਼ਲੋਕ ਨੇ। ਅੱਗੋਂ ਫਿਰ ਚੌਥੇ ਪਾਤਸ਼ਾਹ ਦੀ ਆਖਰੀ ਪੌੜੀ ਸ੍ਰੀ ਰਾਗ ਦੀ 21ਵੀਂ ਪੌੜੀ ਆਏਗੀ। ਇਸ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਕਹਿ ਰਹੇ ਨੇ, ਜੀਓ ਪਿੰਡ ਸਭ ਤਿਸ ਕਾ, ਸਭ ਸੈ ਦੇ ਆਧਾਰ। ਸਾਡਾ ਇਹ ਸਰੀਰ ਤੇ ਸਾਡਾ ਅੰਦਰਲਾ ਜੀਵਨ, ਸਾਡਾ ਜੀਵਨ ਤੇ ਸਾਡਾ ਸਰੀਰ ਉਸ ਵਾਹਿਗੁਰੂ ਜੀ ਦਾ ਦਿੱਤਾ ਹੋਇਆ, ਜੋ ਸਭ ਨੂੰ ਓਟ ਆਸਰਾ ਦਿੰਦੇ ਨੇ। ਸਾਰਿਆਂ ਨੂੰ ਵਾਹਿਗੁਰੂ ਜੀ ਦਾ ਹੀ ਆਧਾਰ ਹੈ। ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੋਵਾਂਗੇ, ਸੁਭਾਉ ਗੁਰਮੁਖ ਬਣੇਗਾ। ਗੁਰਮੁਖ ਦਾ ਗੁਰੂ ਦੇ ਉਪਦੇਸ਼ ਨੂੰ ਮੰਨਣਾ ਹੀ ਗੁਰੂ ਦੀ ਸੇਵਾ ਹੈ। ਉਹਦੇ ਨਾਲ ਸਦਾ ਸਦਾ ਦਾਤਾਰ ਵਾਹਿਗੁਰੂ ਜੀ ਦੀ ਯਾਦ, ਮਿੱਠੀ ਮਿੱਠੀ ਯਾਦ, ਸਿਮਰਨ ਦਾ ਰਸ ਵੀ ਆਏਗਾ। ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੇ ਭੈ ਵਿੱਚ ਫੈਸਲੇ ਲੈਣ ਦੀ ਇੱਕ ਅੰਦਰ ਲਗਨ, ਸੋਝੀ ਆਏਗੀ। ਉਹਦੇ ਸ਼ੁਕਰਾਨੇ ਦੇ ਰਸ ਵਿੱਚ ਜਿਉਣ ਦੀ ਇੱਕ ਆਦਤ, ਆਨੰਦ ਬਣੇਗਾ। ਉਸ ਵਾਹਿਗੁਰੂ ਜੀ ਤੋਂ ਕੁਰਬਾਨ ਹੋਣਾ ਹੈ। ਹਉ ਬਲਿਹਾਰੀ ਤਿਨ ਕਉ, ਜਿਨ ਧਿਆਇਆ ਹਰ ਨਿਰੰਕਾਰ। ਜਿੱਥੇ ਵਾਹਿਗੁਰੂ ਜੀ ਤੋਂ ਬਲਿਹਾਰ ਜਾਣਾ ਹੈ, ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਣਾ, ਉਹਨਾਂ ਤੋਂ ਵੀ ਬਲਿਹਾਰ ਜਾਣਾ। ਧੰਨ ਨੇ ਉਹ ਜੀਵਨ, ਆਈਡੀਅਲ ਨੇ ਉਹ ਜੀਵਨ ਜਿਨ੍ਹਾਂ ਨੇ ਨਿਰੰਕਾਰ ਨੂੰ ਧਿਆਇਆ। ਨਿਰੰਕਾਰ ਇਨਵਿਜ਼ੀਬਲ ਹੈ, ਅਦ੍ਰਿਸ਼ਟਮਾਨ ਹੈ। ਉਸ ਨੂੰ ਮਹਿਸੂਸ ਕੀਤਾ, ਉਹਦੇ ਨਿਜ਼ਮ ਨੂੰ ਜਾਣਿਆ, ਉਹਦੇ ਗੁਣਾਂ ਨੂੰ ਜਾਣਿਆ, ਉਹਦੇ ਰੱਬੀ ਉਪਦੇਸ਼ਾਂ ਨੂੰ, ਨਿਰੰਕਾਰ ਦੇ ਉਪਦੇਸ਼ਾਂ ਨੂੰ ਗੁਰੂ ਦੇ ਉਪਦੇਸ਼ ਗਿਆਨ ਰੂਪੀ ਨਾਮ ਸਮਝ ਕੇ ਪੂਜਿਆ। ਉਹਨੂੰ ਧਿਆਨ ਵਿੱਚ ਰੱਖਿਆ, ਧਿਆਨ ਵਿੱਚ ਰੱਖ ਕੇ ਜੀਵਨ ਜਿਉਇਆ। ਜਿਨ੍ਹਾਂ ਨੇ ਧਿਆਇਆ ਉਹ ਬਲਿਹਾਰ ਨੇ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਉਹਨਾਂ ਦੇ ਮੁਖ ਸਦਾ ਉਜਲੇ ਨੇ। ਜਗਤ ਦੇ ਵਿੱਚ ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਇੱਥੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰਾ ਜਗਤ ਸੰਸਾਰ ਦਿੰਦਾ ਵਾਹਿਗੁਰੂ, ਕਿ ਸਾਰਾ ਜਗਤ ਸਤਿਕਾਰ ਦਿੰਦਾ। ਕਿ ਗੁਰੂ ਨਾਨਕ ਪਾਤਸ਼ਾਹ ਨੂੰ ਹਰ ਇੱਕ ਨੇ ਸਤਿਕਾਰ ਦਿੱਤਾ? ਕੁਝ ਵੱਟੇ ਵੀ ਮਾਰਦੇ ਸੀ, ਕੁਝ ਭੂਤ ਨੇ ਬੇਤਾਲੇ ਵੀ ਕਹਿੰਦੇ ਸੀ। 100% ਨਹੀਂ ਹੁੰਦਾ।
100% ਲੋਕ ਤਾਂ ਰੱਬ ਨੂੰ ਵੀ ਨਹੀਂ ਮੰਨਦੇ। 30% ਲੋਕ ਉਹ ਨੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ। ਰੱਬ ਹੈ ਨਹੀਂ। ਕੀ ਹਰ ਕੋਈ ਆਪਣੀ ਮਾਂ ਨੂੰ ਪੂਜਦਾ ਹੈ? ਨਹੀਂ ਨਹੀਂ, 100% ਕਦੀ ਨਹੀਂ ਹੁੰਦਾ। ਸਾਰਾ ਜਗਤ ਨਮਸਕਾਰ ਕਰਦਾ ਦੇ ਅਰਥ ਨੇ ਜਿਹੜੇ ਕਦਰਵਾਨ ਨੇ, ਸਮਝਦਾਰ ਨੇ, ਉਹ ਸਤਿਕਾਰ ਦਿੰਦੇ ਨੇ। ਆਖੋ ਵਾਹਿਗੁਰੂ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਦਾ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਦੂਸਰਾ ਸ਼ਲੋਕ ਹੈ ਇਸ ਪੌੜੀ ਦੇ ਨਾਲ। ਸਤਿਗੁਰ ਮਿਲਿਆ ਉਲਟੀ ਪਹੀ, ਨਵਨਿਧ ਖਰਚਿਓ ਖਾਓ, ਖਰਚਿਓ ਖਾਓ। ਖਾਣ ਖਰਚਣ ਵਾਸਤੇ, ਨਵਨਿਧ ਮਟੀਰੀਅਲਿਜ਼ਮ, ਜੋ ਪਦਾਰਥਵਾਦ ਵਾਹਿਗੁਰੂ ਜੀ ਨੇ ਜ਼ਿੰਦਗੀ 'ਚ ਵਰਤਣ ਵਾਸਤੇ, ਖਰਚਣ ਖਾਣ ਵਾਸਤੇ, ਜਿਹੜੀ ਜ਼ਿੰਦਗੀ 'ਚ ਵਰਤਣ ਵਾਸਤੇ, ਜੋ ਇਸ ਯੂਨੀਵਰਸ ਦੇ ਵਿੱਚ ਜ਼ਿੰਦਗੀ ਵਿੱਚ ਵਰਤਣ ਵਾਸਤੇ ਪਦਾਰਥਵਾਦ ਮਿਲਿਆ ਨਾ, ਉਹਨੂੰ ਵਰਤਣ ਦੀ ਦਿਸ਼ਾ, ਬਿਰਤੀ, ਸੁਭਾਅ, ਸੋਚ ਪਲਟ ਗਈ। ਕਦੋਂ? ਜਦੋਂ ਸਤਿਗੁਰ ਮਿਲਿਆ। ਸਤਿਗੁਰ ਦਾ ਮਿਲਾਪ, ਗੁਰੂ ਦੀ ਆਵਾਜ਼, ਗੁਰੂ ਦੇ ਉਪਦੇਸ਼, ਆਹਾ, ਗੁਰੂ ਦੇ ਉਪਦੇਸ਼ਾਂ ਨੇ ਸੋਝੀ ਕਰਾ ਦਿੱਤੀ ਕਿ ਜ਼ਿੰਦਗੀ ਵਿੱਚ ਜੋ ਵੀ ਵਰਤਣ ਲਈ ਪਦਾਰਥ ਹੈ, ਉਹਨੂੰ ਕਮਾਉਣਾ ਹੈ ਇਮਾਨਦਾਰੀ ਨਾਲ। ਚਾਹੇ ਘੱਟ ਮਿਲੇ, ਸ਼ੁਕਰਾਨਾ ਕਰਨਾ ਹੈ, ਭੈ ਭਾਵਨੀ ਵਿੱਚ ਵਰਤਣਾ ਹੈ, ਗੁਰੂ ਦੇ ਉਪਦੇਸ਼ ਦੇ ਦਾਇਰੇ ਵਿੱਚ ਰਹਿਣਾ ਹੈ। ਅਮੀਰੀ ਦੇ ਪਿੱਛੇ, ਪ੍ਰੋਪਰਟੀ, ਪੈਸਾ ਵਧਾਉਣ ਪਿੱਛੇ ਇਤਨਾ ਨਹੀਂ ਭੱਜਣਾ ਕਿ ਘਰ ਖਾਲੀ ਕਰ ਲਵੇਂ। ਉਲਟੀ ਪਈ, ਮੱਤ ਪਲਟ ਗਈ ਗੁਰੂ ਵਾਲੇ ਪਾਸੇ ਨੂੰ, ਜਿਉਣ ਦੀ ਜੁਗਤ ਆ ਗਈ। 18 ਸਿੱਧੀ ਪਿਛੈ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ। ਇਹਨੂੰ ਸਮਝੋ, ਸਿੰਬੋਲਿਕ ਸ਼ਬਦ ਹੈ। 18 ਸਿੱਧੀ, ਜੋ ਵੀ ਪਦਾਰਥਵਾਦ ਚਾਹੀਦਾ ਹੈ, ਜੋ ਵੀ ਲੋੜਾਂ ਨੇ, ਲੋੜਾਂ ਪੂਰਤੀਆਂ ਵਾਸਤੇ ਜੋ ਵੀ ਸੰਸਾਰ ਵਿੱਚ ਹੈ, ਉਹਨੂੰ 9 ਨਿਧੀਆਂ ਕਹਿੰਦੇ ਨੇ। ਉਹਦੇ ਲਈ ਜਿਤਨੇ ਵੀ ਸਾਧਨ ਨੇ, ਸਫਲਤਾ ਦੇ ਸਾਧਨ, ਪ੍ਰਾਪਤ ਕਰਨ ਦੇ ਸਾਧਨ, ਉਹਨੂੰ 18 ਕੈਟੇਗਰੀ ਕਹਿੰਦੇ ਨੇ। ਪਿੱਛੇ ਲੱਗੀਆਂ ਦੇ ਅਰਥ ਪਤਾ ਕੀ ਹੈ? ਜਿਹੜੇ ਲੋਕ ਲੋਭ ਲਾਲਚ ਦੇ ਵਿੱਚ ਦਿਨ ਰਾਤ ਇੱਕ ਕਰਕੇ ਪੈਸਾ, ਪ੍ਰਾਪਰਟੀ ਬਣਾਉਣ ਵਿੱਚ ਭੱਜਦੇ ਫਿਰਦੇ ਨੇ ਨਾ, ਉਹਦੇ ਪਿੱਛੇ ਭੱਜਦੇ ਨੇ। ਆਖੋ, ਜ਼ਿੰਦਗੀ 'ਚ ਬਹੁਤ ਕੁਝ ਗਵਾ ਲੈਂਦੇ ਨੇ। ਪੈਸਾ, ਪ੍ਰਾਪਰਟੀ ਬਣਾ ਲਈ, ਘਰ 'ਚੋਂ ਸਿੱਖੀ ਗਵਾ ਲਈ, ਗੁਰਮਤ ਗਵਾ ਲਈ, ਗੁਰਬਾਣੀ ਪਰਿਵਾਰਕ ਮੈਂਬਰਾਂ 'ਚ ਹੈ ਹੀ ਨਹੀਂ। ਆਖੋ ਵਾਹਿਗੁਰੂ। ਹੌਲੀ ਹੌਲੀ ਜਿਨ੍ਹਾਂ ਲਈ ਕਮਾਇਆ, ਉਹਨਾਂ ਤੇਰੀ ਕਦਰ ਨਾ ਕੀਤੀ। ਇਹਦਾ ਮਤਲਬ ਪਿੱਛੇ ਭੱਜਦੇ ਰਹੇ, ਉਸਦੇ ਪਦਾਰਥਵਾਦ ਦੇ ਪਿੱਛੇ ਭੱਜੇ, ਪਦਾਰਥਵਾਦ ਪ੍ਰਾਪਤ ਕਰਨ ਦੇ ਸਾਧਨਾਂ ਦੇ ਪਿੱਛੇ ਭੱਜੇ। ਤੇ ਜਿਨ੍ਹਾਂ ਨੂੰ ਸਤਿਗੁਰ ਸਰੂਪ ਗੁਰੂ ਦੇ ਉਪਦੇਸ਼ ਨੇ ਸੋਝੀ ਕਰਾ ਦਿੱਤੀ, ਉਹਨਾਂ ਨੇ ਫਿਰ ਪਿੱਛੇ ਨਹੀਂ ਭੱਜੇ। ਇਹਨਾਂ ਲੋੜਾਂ ਪੂਰਤੀਆਂ ਕਰਨ ਲਈ ਯਤਨ ਕੀਤੇ, ਸੰਜਮ ਵਿੱਚ ਰਹਿ ਕੇ, ਸਬਰ ਸੰਤੋਖ ਵਿੱਚ ਰਹਿ ਕੇ। ਇਹਨੂੰ ਕਹਿੰਦੇ ਨੇ ਉਹ ਪਿੱਛੇ ਫਿਰਦੀਆਂ 18 ਸਿੱਧੀਆਂ। ਆਖੋ ਭਾਵ ਉਹਦੇ ਪਿੱਛੇ ਅਣਹੋਈ ਦੌੜ ਨਹੀਂ ਲਾਉਂਦੇ, ਜਿਹੜੀ ਦੌੜ ਵਿੱਚ ਲੋਕ ਐਸੇ ਉਲਝ ਗਏ। ਅੱਜ ਬਹੁਤ ਲੋਕ ਐਸੇ ਨੇ ਜਿਨ੍ਹਾਂ ਨੇ ਆਪਣੀ ਉਲਝਣ ਤਾਣੀ ਇਸ ਤਰ੍ਹਾਂ ਦੀ ਬਣਾ ਲਈ, ਆਪਣੇ ਬੱਚਿਆਂ ਨੂੰ ਸਿੱਖੀ ਵਿਰਸਾ, ਗੁਰੂ ਵਿਰਸਾ ਸਿਖਾਉਣ ਵਾਸਤੇ ਟਾਈਮ ਹੀ ਨਹੀਂ। ਆਖੋ ਗੁਰੂ ਕੇ ਪਿਆਰਿਆਂ ਨੇ ਗੁਰੂ ਦੇ ਮਿਸ਼ਨ ਤੇ ਤੁਰਦੇ ਨੇ। ਇਹ ਪ੍ਰਾਪਤੀ ਘੱਟ ਹੋਵੇ, ਵੱਧ ਹੋਵੇ, ਕੋਈ ਸਰੋਕਾਰ ਨਹੀਂ। ਜਿਤਨੀ ਹੋਈ ਸ਼ੁਕਰਾਨੇ ਵਿੱਚ। ਆਖੋ ਵਾਹਿਗੁਰੂ। ਉਹਨਾਂ ਨੂੰ ਨਿਜ ਘਰ ਮਿਲ ਗਿਆ। ਗੁਰਮੁਖ ਸੁਭਾਅ ਨਿਜ ਘਰ ਹੈ। ਗੁਰੂ ਦੀ ਮੱਤ ਸਾਡਾ ਆਪਣਾ ਘਰ ਹੈ। ਇੱਥੇ ਟਿਕਾਣਾ ਮਿਲ ਗਿਆ, ਇਸ ਵਿੱਚ ਜਿਉਣਾ ਇੱਕ ਆਦਤ ਬਣ ਗਈ। ਕਿਵੇਂ? ਅਨਹਦ ਧੁਨੀ ਸਦ ਵੱਜਦੇ, ਉਨਮਨ ਹਰ ਲਿਵ ਲਾਏ। ਇਹ ਅਨਹਦ ਧੁਨੀ ਤੇ ਉਨਮਨ ਸ਼ਬਦ ਜੋਗੀਆਂ ਦਾ ਹੈ। ਇਹ ਗੱਲ ਯਾਦ ਰੱਖਿਓ। ਗੁਰਮਤ ਵਿੱਚ ਵੋਕੈਬਲਰੀ ਕਿਸੇ ਦੀ ਹੋ ਸਕਦੀ ਹੈ, ਵੋਕੈਬਲਰੀ ਵਿੱਚ ਕਨਸੈਪਟ ਗੁਰੂ ਪਾਤਸ਼ਾਹ ਦਾ ਆਪਣਾ ਹੈ। ਯਾਨੀ ਭਾਂਡਾ ਕਿਸੇ ਦਾ ਹੋ ਸਕਦਾ ਹੈ, ਵਸਤੂ ਆਪਣੀ। ਆਖੋ ਵਾਹਿਗੁਰੂ। ਉਹ ਕਹਿੰਦੇ ਸੀ ਅਨਹਦ ਧੁਨੀ ਵੱਜਦੀ ਹੈ, ਸਾਡੇ ਅੰਦਰ ਢੋਲਕੀ ਵੱਜਦੀ ਹੈ, ਸਾਡੇ ਅੰਦਰ ਬਾਜੇ ਵੱਜਦੇ ਨੇ, ਸਾਜ਼ ਵੱਜਦੇ ਨੇ, ਪੰਜ ਸ਼ਬਦ ਵੱਜਦੇ ਨੇ। ਐਕਚੁਅਲੀ ਕੀ ਸੀ? ਜੋਗੀ ਇੱਕ ਜਿਹੜੀ ਇਕਾਗਰਤਾ ਹੈ ਨਾ, ਇਹਦਾ ਇੱਕ ਅਵਸਥਾ ਹੈ ਜਿਹਨੂੰ ਬਲੈਕ ਹੋਲਸ ਕਹਿੰਦੇ ਆ, ਉਹਦੀ ਕਨਸੈਂਟਰੇਸ਼ਨ ਕਹਿੰਦੇ ਆ। ਉਹਦੇ ਵਿੱਚ ਜੈਸਾ ਕੋਈ ਕਲਪਿਤ ਕਰੇਗਾ, ਜੈਸਾ ਇਮੈਜੀਨੇਸ਼ਨ ਕਰੇਗਾ, ਉਸ ਤਰ੍ਹਾਂ ਦਾ ਉਸ ਨੂੰ ਸੁਣੇਗਾ। ਅਤੇ ਜੋਗੀ ਫੁੱਲੀ ਕਨਸਨਟਰੇਟ ਹੋ ਕੇ ਜਦੋਂ ਸੁਣਦਾ ਸੀ,
ਉਹ ਕਹਿੰਦਾ ਸੀ ਮੇਰੇ ਅੰਦਰ ਢੋਲਕੀ ਵੱਜਦੀ ਹੈ। ਸਤਿਗੁਰੂ ਕਹਿੰਦੇ ਫਿਰ ਕੀ ਹੋ ਗਿਆ, ਨਫ਼ਰਤ ਤਾਂ ਮਿਟੀ ਨਹੀਂ, ਆਖੋ ਵਾਹਿਗੁਰੂ। ਨਿੰਦਾ ਦੀ ਆਦਤ ਨਹੀਂ ਮਿਟੀ। ਦੇਖਤਾ ਸਹੀ ਆਪਣੇ ਸੁਭਾਅ ਨੂੰ ਪੜਚੋਲ ਕਰਕੇ। ਤੂੰ ਨਿੰਦਾ ਕਰਕੇ ਤਾਂ ਸਵਾਦ ਲੈਣਾ, ਦੂਸਰੇ ਨੂੰ ਘਟੀਆ ਸਮਝ ਕੇ। ਨਫ਼ਰਤ ਤਾਂ ਤੂੰ ਕਿੰਨਿਆਂ ਨਾਲ ਕਰ ਰਿਹਾ, ਮਿਟੀ ਨਹੀਂ। ਗੁਰਮਤ ਦੇ ਵਿੱਚ ਅਨਹਦ ਧੁਨੀ ਕੀ ਹੈ? ਮੇਰੇ ਗੁਰੂ ਪਾਤਸ਼ਾਹ ਦਾ ਉਪਦੇਸ਼ ਅੰਦਰੋਂ ਹੀ ਗੂੰਜੇ, ਅੰਦਰੋਂ ਸੋਝੀ ਕਰੇ, ਇੱਦਾਂ ਕਰਨਾ ਹੈ, ਆਹ ਨਹੀਂ ਕਰਨਾ, ਆਹ ਕਰਨਾ ਹੈ। ਗੁਰੂ ਦਾ ਉਪਦੇਸ਼ ਜਪਜੀ ਸਾਹਿਬ ਵਿੱਚ ਪੜ੍ਹਨ ਵਾਲੇ ਗੁਰਸਿੱਖਾ, ਤੈਨੂੰ ਅਟੱਲ ਵਿਸ਼ਵਾਸ ਹੋਣਾ ਚਾਹੀਦਾ ਹੈ। ਗੁਰੂ ਦਾ ਉਪਦੇਸ਼ ਗੂੰਜਣਾ ਹੀ ਅਨਹਦ ਧੁਨੀ ਹੈ ਗੁਰਮਤ ਦੇ ਵਿੱਚ, ਕਿਉਂਕਿ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰੂ ਦੇ ਉਪਦੇਸ਼ ਵਿੱਚੋਂ ਨਿਕਲਿਆ ਹੋਇਆ, ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਉਪਦੇਸ਼ ਹੀ ਨਾਦ ਹੈ, ਇਹੋ ਹੀ ਧੁਨੀ ਹੈ। ਹੁਣ ਮਨ, ਇਹੋ ਹੀ ਮਨ ਦੀ ਅਵਸਥਾ ਹੈ ਜਦੋਂ ਲਿਵ ਲੱਗਦੀ ਹੈ, ਗੁਰੂ ਦੇ ਉਪਦੇਸ਼ ਨੂੰ ਮੰਨਦਾ ਹੈ। ਇਸ ਤਰੀਕੇ ਨਾਲ ਸਿੱਖ ਜ਼ਿੰਦਗੀ ਜਿਉਂਦਾ, ਉਹ ਭਗਤ ਹੈ। ਗੁਰੂ ਸਾਹਿਬ ਜੀ ਦੇ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਵਿੱਚ ਤੇ ਖਾਲਸੇ ਦੇ ਇਤਿਹਾਸ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਆਈ ਕਿ ਸਿੱਖ ਕਹਿੰਦਾ ਹੋਵੇ ਮੇਰੇ ਅੰਦਰ ਉਸ ਤਰ੍ਹਾਂ ਦੀਆਂ ਧੁਨੀਆਂ ਵੱਜਦੀਆਂ ਨੇ। ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਬਹੁਤ ਕੁਝ ਮਿਲਗੋਭਾ ਹੁੰਦਾ ਗਿਆ, ਕੁਝ ਅਣਜਾਣੇ ਹੋ ਗਿਆ, ਕੁਝ ਜਾਣ ਬੁੱਝ ਕੇ ਉਹਨਾਂ ਨੇ ਕੀਤਾ। ਡੋਗਰੇ ਮਹਾਰਾਜਾ ਰਣਜੀਤ ਸਿੰਘ ਦਾ ਸਲਾਹਕਾਰ ਬਣ ਕੇ ਆਏ, ਪਰ ਬੁੱਕਲ ਦੇ ਸੱਪ ਬਣ ਕੇ ਨਿਕਲੇ, ਆਖੋ। ਉਸ ਵੇਲੇ ਦੇ ਧਾਰਮਿਕ ਲੋਕਾਂ ਨੂੰ, ਹਰ ਤਰ੍ਹਾਂ ਦੇ ਧਾਰਮਿਕ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਗਲੇ ਨਾਲ ਲਾਇਆ। ਇਤਨਾ ਉਹਨਾਂ ਨੂੰ ਪਿਆਰ ਸਤਿਕਾਰ ਦਿੱਤਾ, ਇਤਨੀ ਖੁੱਲ੍ਹ ਦਿੱਤੀ, ਇਤਨੀ ਬਰਾਬਰਤਾ ਦਿੱਤੀ। ਉਹਨਾਂ ਨੇ ਪ੍ਰਕਰਮਾਂ ਦੇ ਵਿੱਚ ਵੀ ਆਪਣੇ ਧਾਰਮਿਕ ਗ੍ਰੰਥ ਪ੍ਰਕਾਸ਼ ਕਰ ਲਏ ਸਨ, ਪਰ ਅੰਦਰ ਖਾਤੇ ਆਪਣੀ ਮਰਿਆਦਾ ਦਾ ਟੀਕਾ ਲਾਉਣਾ ਸ਼ੁਰੂ ਕਰ ਦਿੱਤਾ। ਬਹੁਤਿਆਂ ਦੇ ਮਨਾਂ ਅੰਦਰ ਲੱਗ ਗਿਆ, ਆਖੋ ਵਾਹਿਗੁਰੂ। ਬਹੁਤੇ ਭਗਤੀ ਜੋਗ ਮਤ ਵਾਂਗ ਜਾਂ ਦੂਸਰੇ ਮਤਾਂ ਵਾਂਗ ਕਰਦੇ ਨੇ। ਗੁਰਮਤ ਨੂੰ ਸਮਝਣ ਵਾਸਤੇ ਅਰਥਾਂ ਨੂੰ ਸਮਝਣਾ ਪਵੇਗਾ, ਔਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਸਮਝਣਾ ਪਵੇਗਾ। ਸਾਡੀ ਸਭ ਤੋਂ ਵੱਡੀ ਕਮਜ਼ੋਰੀ, ਜਾਂ ਤਾਂ ਅਸੀਂ ਅਰਥ ਜਾਣਨ ਤੁਰੇ ਨਹੀਂ, ਜਾਂ ਫਿਰ ਕੋਲੋਂ ਹੀ ਅਰਥ ਸਮਝਣ ਦਾ ਯਤਨ ਕੀਤਾ। ਕਨਸੈਪਟ ਸਮਝਣ ਵਾਸਤੇ ਸਿੱਖਣਾ ਹੈ। ਜਦੋਂ ਅਸੀਂ ਸਿੱਖਦੇ ਹਾਂ, ਪਤਾ ਲੱਗਦਾ ਹੈ ਗੁਰੂ ਦੇ ਉਪਦੇਸ਼ ਅੰਦਰ ਜਦੋਂ ਰਹਿਨੁਮਾਈ ਕਰਦੇ ਨੇ, ਉਹ ਆਵਾਜ਼ ਅਨਹਦ ਧੁਨੀ ਹੈ ਸਿੱਖ ਵਾਸਤੇ, ਸਦਾ ਵੱਜਦੀ ਹੈ, ਸਦਾ ਉਸ ਉਪਦੇਸ਼ ਅਨੁਸਾਰ ਜਿਉਣਾ ਹੈ। ਇਹ ਜਿਹੜੀ ਮਨ ਦੀ ਅਵਸਥਾ ਹੈ, ਇਹ ਉਨਮਨ ਅਵਸਥਾ ਹੈ, ਮਨ ਦਾ ਮੰਨਣਾ, ਉਲਟ ਕੇ ਸੁਭਾਅ ਦੀ ਮੰਨਣ ਦੀ ਬਜਾਏ ਗੁਰੂ ਦੀ ਗੱਲ ਮੰਨਣੀ, ਦੁਨਿਆਵੀ ਬਿਰਤੀਆਂ ਦੀ ਮੰਨਣ ਦੀ ਬਜਾਏ ਗੁਰੂ ਦੀ ਸੋਚ ਦੀ ਗੱਲ ਮੰਨਣੀ। ਇਹ ਲਿਵ ਹੈ। ਨਾਨਕ ਹਰ ਭਗਤ ਤਿੰਨਾ ਕੈ ਮਨ ਵਸੈ, ਜਿਨ ਮਸਤਕ ਧੁਰ ਲਿਖਿਆ ਧੁਰ ਪਾਏ। ਉਹਨਾਂ ਦੀ ਮਸਤਕ ਵਿੱਚ ਆਈਡੀਓਲੋਜੀ ਗੁਰਮੁਖ ਵਾਲੀ, ਗੁਰਮੁਖਤਾਈ ਵਾਲੀ ਲਿਖੀ ਜਾਂਦੀ ਹੈ, ਗੁਰਮਤ ਵਾਲੀ ਸੋਚ। ਜਦੋਂ ਸੋਚ ਗੁਰੂ ਦੀ ਸੋਚ ਵਾਲੀ ਬਣ ਗਈ, ਉਹਨਾਂ ਦੇ ਭਗਤਾਂ ਦੇ ਅੰਦਰ ਮਨ ਵਿੱਚ ਵਾਹਿਗੁਰੂ ਜੀ ਵਸ ਗਏ। ਜਿਹੜੀ ਜੋਗਮਤ ਦੀ ਸਮਾਧੀ ਹੈ ਨਾ, ਇਹ ਜੰਗਾਂ ਯੁੱਧਾਂ ਵਿੱਚ ਨਹੀਂ ਚੱਲਦੀ। ਜਦੋਂ ਕੋਈ ਵਿਰੋਧੀ ਧਿਰ ਤੁਹਾਡੇ ਨਾਲ ਜੂਝਦੀ ਹੈ ਨਾ, ਉਦੋਂ ਫਿਰ ਇਹ ਮਤ ਵਾਲਾ ਜਿਹੜਾ ਜੋਗ ਮਤ ਦੀ ਸਮਾਧੀ ਹੈ ਨਾ, ਉਹ ਤਾਂ ਬਹੁਤ ਛੇਤੀ ਵਿਚਲਿਤ ਹੋ ਜਾਏਗਾ। ਛੋਟਾ ਜਿਹਾ ਕੋਈ ਸ਼ਬਦ ਕਹਿ ਦਿੱਤਾ, ਅੰਦਰੋਂ ਵਿਚਲਿਤ ਹੋ ਜਾਏਗਾ, ਸਮਾਧੀ ਖਤਮ। ਉਹਨੂੰ ਪਤਾ ਲੱਗਿਆ ਫਲਾਣੇ ਨੇ ਤੇਰੀ ਨਿੰਦਾ ਕੀਤੀ ਹੈ, ਸਮਾਧੀ ਖਤਮ। ਬਸ ਉਹਦੇ ਬਾਰੇ ਫਿਰ ਬਦਲਾ ਲੂ ਭਾਵਨਾ ਕਰੇਗਾ, ਉਹਦੀ ਨਿੰਦਾ ਕਰਨ ਸ਼ੁਰੂ ਹੋ ਜਾਏਗਾ। ਪਰ ਗੁਰੂ ਕੇ ਗੁਰਸਿੱਖਾਂ ਨੇ ਦਿਖਾ ਦਿੱਤਾ ਗੁਰਮਤ ਵਾਲੀ ਭਗਤੀ। ਆਖਰੀ ਪੌੜੀ, ਹੋਂ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਧਰ ਆਇਆ। ਇੱਥੇ ਇੱਕ ਅਵਸਥਾ ਹੈ ਕਿ ਮੈਂ ਆਪਣੇ ਵਾਹਿਗੁਰੂ ਜੀ ਦਾ ਢਾਡੀ ਬਣਿਆ, ਵਾਹਿਗੁਰੂ ਜੀ ਦੀ ਸਿਫਤ ਸਲਾਘਾ ਗਾਉਣ ਵਾਲਾ, ਵਾਹਿਗੁਰੂ ਜੀ ਦਾ ਸੇਵਕ। ਮਹਿਸੂਸ ਹੋਇਆ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਨੇ, ਤੇ ਵਾਹਿਗੁਰੂ ਜੀ ਦੇ ਦਰ 'ਤੇ ਜਦੋਂ ਵਾਹਿਗੁਰੂ ਜੀ ਦੇ ਹਾਜ਼ਰ ਨਾਜ਼ਰ ਸਨਮੁਖ, ਇਹ ਮਹਿਸੂਸ ਹੋਇਆ ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਮੇਰੀ ਅੰਦਰਲੀ ਆਵਾਜ਼ ਸੁਣੀ, ਵਾਹਿਗੁਰੂ ਜੀ ਨੇ ਗਲੇ ਨਾਲ ਲਾ ਲਿਆ, ਆ ਵਾਹਿਗੁਰੂ ਜੀ ਦਾ ਪਿਆਰ ਮਿਲਿਆ। ਇੱਦਾਂ ਮਹਿਸੂਸ ਹੋਇਆ, ਹਰ ਪੁੱਛਿਆ ਢਾਡੀ ਸੱਦ ਕੈ, ਕਿਤ ਅਰਥ ਤੂੰ ਆਇਆ। ਰੱਬ ਪੁੱਛਦਾ, ਦੱਸ ਬਈ ਪਿਆਰਿਆ, ਤੇਰੇ ਅੰਦਰ ਇੱਛਾ ਕੀ ਹੈ, ਤੂੰ ਚਾਹੁੰਦਾ ਕੀ ਹੈ? ਤੇ ਕਹਿੰਦੇ ਮੇਰੀ ਇੱਛਾ ਰੱਬ ਦੇ ਅੱਗੇ ਜੋ ਸਮਰਪਿਤ ਹੋਈ ਇੱਛਾ ਸੀ, ਨਿਤ ਦੇਵਹੁ ਦਾਨ ਦਇਆਲ ਪ੍ਰਭ, ਹਰ ਨਾਮ ਧਿਆਇਆ। ਵਾਹਿਗੁਰੂ ਜੀ ਨਾਮ ਦਾ ਦਾਨ ਦਿਓ,
ਦਇਆ ਕਰੋ। ਗਿਆਨ ਰੂਪੀ ਨਾਮ ਰੱਬੀ ਉਪਦੇਸ਼ ਨੂੰ ਜ਼ਿੰਦਗੀ 'ਚ ਮੰਨਾਂ। ਧਿਆਨ ਰੂਪੀ ਨਾਮ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਸਿਮਰਨ ਰਸ ਵਿੱਚ ਜਿਵਾਂ। ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਫੈਸਲਾ ਲਵਾਂ। ਸ਼ੁਕਰਾਨੇ ਵਾਲਾ ਜੀਵਨ ਹੋਵੇ। ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪਹਿਨਾਇਆ। ਵਾਹਿਗੁਰੂ ਜੀ ਨੇ ਸਰੂਪਾ ਪਹਿਨਾ ਦਿੱਤਾ, ਭਾਵ ਬਖਸ਼ਿਸ਼ ਦੇ ਦਿੱਤੀ। ਤੇ ਇਹ ਨਾਮ ਜਪਣ ਵਾਲਾ ਗੁਰਮੁਖਤਾਈ ਦੇ ਜੀਵਨ ਵਾਲਾ ਜੀਵਨ ਵਾਹਿਗੁਰੂ ਜੀ ਨੇ ਬਖਸ਼ ਦਿੱਤਾ। ਸੁੱਧ ਵਾਰ ਲਿਖਣ ਤੋਂ ਬਾਅਦ ਜਿੰਨੀ ਬਾਣੀ ਲਿਖਦੇ ਸੀ ਗੁਰੂ ਪਾਤਸ਼ਾਹ, ਉਹਨੂੰ ਸਾਰੀ ਨੂੰ ਫਿਰ ਉਹਦਾ ਪ੍ਰੂਫ ਚੈੱਕ ਕਰਦੇ ਸਨ। ਪ੍ਰੂਫ ਚੈੱਕ ਕਰਨ ਤੋਂ ਬਾਅਦ ਲਿਖ ਦਿੰਦੇ ਸੀ ਸੁੱਧ, ਭਾਵ ਪ੍ਰੂਫ ਚੈੱਕ ਕਰ ਲਿਆ ਗਿਆ। ਗੁਰੂ ਪਾਤਸ਼ਾਹ ਨੇ ਆਪਣੀਆਂ ਨਜ਼ਰਾਂ ਵਿੱਚ ਲਿਖਵਾਇਆ। ਇਸ ਤੋਂ ਬਾਅਦ ਭਗਤ ਬਾਣੀ ਸ਼ੁਰੂ ਹੋ ਰਹੀ ਹੈ। ਪਹਿਲਾ ਹੀ ਸ਼ਬਦ ਭਗਤ ਕਬੀਰ ਜੀ ਦਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਮੂਲ ਮੰਤਰ ਦਾ ਸੰਖੇਪ ਸਰੂਪ ਹੈ। ਸੱਚੇ ਗੁਰੂ ਦੀ ਸਤਿਗੁਰ ਸਰੂਪ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦੀ ਯਾਦ ਵਸਦੀ ਹੈ। ਵਾਹਿਗੁਰੂ ਜੀ ਦਾ ਮਾਰਗ ਜੀਵਨ ਜਿਉਣ ਦੀ ਯੁਕਤ ਆਉਂਦੀ ਹੈ। ਸ੍ਰੀ ਰਾਗ ਕਬੀਰ ਜੀਓ ਕਾ। ਗੁਰੂ ਪਾਤਸ਼ਾਹ ਦੇ ਜਿੰਨੇ ਸ਼ਬਦ ਨੇ ਉੱਥੇ ਮਹੱਲਾ ਲਿਖਿਆ ਹੁੰਦਾ ਹੈ। ਭਗਤਾਂ ਦੇ ਸ਼ਬਦਾਂ ਦੇ ਨਾਲ ਮਹੱਲਾ ਨਹੀਂ ਹੈ। ਇਹ ਸ਼ਬਦ ਸ੍ਰੀ ਰਾਗ ਦਾ ਹੈ, ਭਗਤ ਕਬੀਰ ਜੀ ਦਾ ਉਚਾਰਨ ਕੀਤਾ। ਇੱਥੇ ਇੱਕ ਟਾਈਟਲ ਹੈ, ਇਹਨੂੰ ਧਿਆਨ ਦੇਣਾ। ਏਕ ਸਵਾਨ ਕੈ ਘਰ ਗਾਵਣਾ। ਰਾਗ ਦੇ ਅੰਦਰੋਂ ਜਿਹੜੇ ਤਾਲ ਦੇ ਘਰ ਹੁੰਦੇ ਨੇ, ਕਿਹੜੇ ਘਰ ਵਿੱਚ ਗਾਉਣਾ ਹੈ, ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੰਕਿਤ ਕੀਤੇ ਨੇ, ਕਿਉਂਕਿ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ, ਗੁਰਬਾਣੀ ਦੇ ਡਾਇਰੈਕਸ਼ਨਸ ਦਿੱਤੀਆਂ ਨੇ। ਇੱਥੇ ਜਿਹੜੀ ਡਾਇਰੈਕਸ਼ਨ ਦਿੱਤੀ ਹੈ, ਜਿਵੇਂ ਪਿੱਛੇ ਆਇਆ ਸੀ 17 ਅਸ਼ਟਪਦੀਆਂ ਮਹੱਲੇ ਪਹਿਲੇ ਕੀਆਂ, ਉਹ ਡਾਇਰੈਕਸ਼ਨ ਸੀ ਇੱਕ। ਇੱਥੇ ਡਾਇਰੈਕਸ਼ਨ ਹੈ ਏਕ ਸਵਾਨ ਕੈ ਘਰ ਗਾਵਣਾ। ਕਿਹੜੇ ਘਰ ਵਿੱਚ ਗਾਉਣਾ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 29 ਦੇ ਉੱਪਰ 24ਵਾਂ ਇੱਕ ਸ਼ਬਦ ਆਇਆ ਸੀ ਸ੍ਰੀ ਰਾਗ ਦਾ, ਗੁਰੂ ਨਾਨਕ ਪਾਤਸ਼ਾਹ ਦਾ। ਉਹਦੇ ਸੀ ਏਕ ਸਵਾਨ ਦੋਇ ਸਵਾਨੀ ਨਾਲ। ਉਹ ਜਿਸ ਘਰ ਵਿੱਚ ਉਹ ਗਾਇਆ ਸੀ, ਉਸ ਘਰ ਵਿੱਚ ਗਾਉਣ ਦੀ ਡਾਇਰੈਕਸ਼ਨ ਦਿੱਤੀ ਗਈ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਸਮਝਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਉਹਨੂੰ ਇਸ ਗੱਲ ਦੀ ਸਮਝ ਨਹੀਂ ਕਿ ਦਿਨ ਦਿਨ ਉਮਰ ਘਟ ਰਹੀ ਹੈ। ਇਹਦਾ ਇੱਕ ਹੋਰ ਕਨਸੈਪਟ ਹੈ, ਕਿਉਂਕਿ ਗੁਰਬਾਣੀ ਸੁਭਾਅ ਨਾਲ ਸੰਬੰਧਿਤ ਹੈ, ਸੋਚ ਨਾਲ ਸੰਬੰਧਿਤ ਹੈ, ਮਨ ਤੇ ਮਤ ਨਾਲ ਸੰਬੰਧਿਤ ਹੈ। ਮਤ ਸਮਝਦੀ ਹੈ ਮਨ ਮੇਰਾ ਪੁੱਤਰ ਹੈ, ਕਿਉਂਕਿ ਮਤ ਮਨ ਦੇ ਪਿੱਛੇ ਲੱਗ ਜਾਂਦੀ ਹੈ। ਮਨ ਸੁਭਾਅ ਦੇ ਵਿੱਚ ਦੁਨਿਆਵੀ ਉਲਝਣ ਤਾਣੀ ਵਿੱਚ ਫਸਦਾ ਹੈ, ਤੇ ਮਨ ਨੂੰ ਲੱਗਦਾ ਹੈ ਪ੍ਰਾਪਤੀਆਂ ਹੋ ਰਹੀਆਂ। ਮਤ ਕਹਿੰਦੀ ਹੈ ਵੱਡਾ ਹੋ ਰਿਹਾ, ਬੜੀਆਂ ਪ੍ਰਾਪਤੀਆਂ ਕਰ ਰਿਹਾ, ਤਾਈਓ ਤੇ ਮਤ ਪਿੱਛੇ ਲੱਗੀ ਹੋਈ ਹੈ। ਪਰ ਇਹਨੂੰ ਇਹ ਨਹੀਂ ਪਤਾ ਕਿ ਜਿਹੜੀ ਉਲਝਣ ਤਾਣੀ 'ਚ ਫਸ ਰਿਹਾ ਹੈ, ਅੰਦਰੋਂ ਗੁਣ ਗਵਾਈ ਜਾ ਰਿਹਾ, ਅੰਦਰੋਂ ਤੇ ਘਟਦਾ ਜਾ ਰਿਹਾ। ਸੁਭਾਅ ਵਿੱਚੋਂ ਇਹਦੀ ਕਮਜ਼ੋਰੀਆਂ ਆ ਰਹੀਆਂ ਨੇ, ਮਤ ਨੂੰ ਸਮਝ ਨਹੀਂ ਆ ਰਹੀ। ਮਤ ਇਹਦੀ ਮਾਂ ਬਣ ਗਈ ਹੈ, ਮਤ ਇਹਦੇ ਪਿੱਛੇ ਲੱਗ ਗਈ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਵੇਖਤ ਹੀ ਜਮ ਰਾਓ ਹੱਸੈ। ਇਹ ਮਤ ਇੰਨਾ ਪਿਆਰ ਕਰਦੀ ਹੈ, ਮੇਰਾ ਏ ਮੇਰਾ ਏ ਮੇਰਾ ਏ। ਚਾਹੀਦਾ ਏ ਸੀ ਮਤ ਵਿੱਚ ਗੁਰਮਤ ਹੁੰਦੀ, ਤੇ ਮਤ ਮਨ ਨੂੰ ਪਿੱਛੇ ਲਾਉਂਦੀ। ਮਨ ਕਹਿੰਦਾ ਏ ਗੁਰਮਤ ਮੇਰੀ ਆ, ਆਖੋ ਵਾਹਿਗੁਰੂ, ਪਰ ਉਲਟ ਹੋ ਗਿਆ। ਇੰਨਾ ਲਾਡ ਕਰਦੀ ਹੈ ਮਤ, ਮਤ ਇਹਦੇ ਪਿੱਛੇ ਲੱਗਦੀ ਹੈ। ਜਮ ਰਾਓ ਹੱਸੈ, ਵਿਕਾਰਾਂ ਰੂਪੀ ਵਿਕਾਰਾਂ ਦਾ ਜਿਹੜਾ ਰਸ ਹੈ ਨਾ, ਉਹ ਜਮ ਰਾਓ ਹੈ, ਉਹ ਹੱਸਦਾ ਹੈ ਕਿ ਮਨ ਨੂੰ ਮੈਂ ਫਸਾ ਰਿਹਾ। ਐਸਾ ਤੈਂ ਜਗ ਭਰਮ ਲਾਇਆ। ਇਹ ਵਾਹਿਗੁਰੂ ਜੀ ਤੇਰਾ ਕੈਸਾ ਨੈਟਵਰਕ ਹੈ, ਐਸਾ ਤੇਰਾ ਕਮਾਲ ਦਾ ਪ੍ਰੋਸੈਸ ਹੈ, ਤੇਰਾ ਆਪਰੇਟਿੰਗ ਸਿਸਟਮ ਕੈਸਾ ਹੈ। ਇਸ ਤਰ੍ਹਾਂ ਦੇ ਭਰਮ ਭੁਲੇਖੇ ਵਿੱਚ ਸੰਸਾਰ ਨੂੰ ਉਲਝਾਇਆ ਹੋਇਆ ਹੈ। ਕੈਸੇ ਬੁਝੈ ਜਬ ਮੋਹਿਆ ਹੈ ਮਾਇਆ ਰਹਾਓ। ਕਿਵੇਂ ਬੁੱਝੇਗਾ? ਇਹ ਮਨ ਰੌਂਗ ਅਟੈਂਸ਼ਨ ਦੀ ਰਸ ਵਿੱਚ, ਖਿੱਚ ਰੂਪੀ ਮਾਇਆ ਵਿੱਚ ਉਲਝਿਆ ਹੋਇਆ ਹੈ, ਤੇ ਮਤ ਪਿੱਛੇ ਲੱਗੀ ਹੋਈ ਹੈ। ਬਸ ਇਹੀ ਭੁਲੇਖਾ ਹੈ। ਅਗਲੇ ਪਦਿਆਂ ਵਿੱਚ ਭਗਤ ਕਬੀਰ ਜੀ ਜੋ ਕਹਿ ਰਹੇ ਨੇ, ਅਗਲੇ ਐਪੀਸੋਡ ਵਿੱਚ ਸਿੱਖਣ ਦਾ ਯਤਨ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ